पीटीसी न्यूज़ की खास पेशकश की समझे ਤੁਹਾਡਾ ਸਵਾਗਤ ਹੈ मैं ਹਾਂ नीरज पाली। ਅੱਜ ਦਰਅਸਲ 'ਚ ਗੱਲ ਉਸ ਵਿਸ਼ੇ ਦੀ ਕਰਨ ਜਾ ਰਹੇ ਹਾਂ ਜਿਸ ਵਿਸ਼ੇ ਨੂੰ ਲੈ ਕੇ ਕਈ ਸਵਾਲ ਜ਼ਿਹਨ ਦੇ ਵਿੱਚ ਉੱਠ ਰਹੇ ਨੇ। ਉਹ ਸਵਾਲ ਹੈ ਕਿ ਕੀ ਇਹ ਵੀ ਦਿਨ ਦੇਖਣੇ ਬਾਕੀ ਸੀ। ਇੱਕ ਦੌਰ ਸੀ ਜਿਸ ਵੇਲੇ $5 ਟ੍ਰਿਲੀਅਨ ਇਕਨੋਮੀ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸਨ, ਜਿਸ ਵੇਲੇ ਪੂਰੇ ਵਿਸ਼ਵ ਦੀਆਂ ਨਿਗਾਹਾਂ ਕਿਤੇ ਨਾ ਕਿਤੇ ਭਾਰਤ ਦੇ ਉੱਤੇ ਟਿਕੀਆਂ ਹੋਈਆਂ ਸਨ। ਉਸ ਸਭ ਦੇ ਵਿੱਚ ਜਿਸ ਢੰਗ ਦੇ ਨਾਲ ਪ੍ਰਧਾਨ ਮੰਤਰੀ ਦੇ ਹੰਝੂ ਨਿਕਲ ਕੇ ਪੂਰੀ ਦੁਨੀਆ ਦੇ ਸਾਹਮਣੇ ਆ ਚੁੱਕੇ ਨੇ, ਸਵਾਲ ਤਾਂ ਖੜੇ ਕਰਦੇ ਨੇ ਨਾ। दरअसल ਅੱਜ ਉਸ ਦੌਰ ਦੇ ਵਿੱਚੋਂ ਅਸੀਂ ਨਿਕਲ ਰਹੇ ਹਾਂ ਜਿੱਥੇ ਵੀਅਤਨਾਮ ਤੇ ਬੰਗਲਾਦੇਸ਼ ਵਰਗੇ ਜੋ ਦੇਸ਼ ਨੇ ਉਹ ਸਾਡੇ ਤੋਂ ਪਰ ਕੈਪੀਟਾ ਯਾਨੀ ਕਿ ਪ੍ਰਤੀ ਵਿਅਕਤੀ ਇਨਕਮ ਜੋ ਆਏ ਹੈ ਉਹ ਅੱਗੇ ਨਿਕਲ ਚੁੱਕੇ ਨੇ, ਯਾਨੀ ਕਿ ਭਾਰਤ ਪਿੱਛੇ ਰਹਿ ਗਿਆ। ਸਵਾਲ ਤਾਂ ਖੜੇ ਕਰਦੇ ਨੇ ਨਾ। ਅੱਜ ਦਰਅਸਲ ਗੱਲਾਂ ਇਸ ਕਰਕੇ ਉੱਠ ਰਹੀਆਂ ਨੇ ਅਜਿਹੇ ਵਿਸ਼ੇ ਨੂੰ ਲੈ ਕੇ ਜਿਸ ਵੇਲੇ 107ਵੇਂ ਨੰਬਰ ਤੋਂ ਭਾਰਤ ਹੰਗਰ ਇੰਡੈਕਸ ਦੇ ਵਿੱਚ 94 ਨੰਬਰ ਤੇ ਆ ਚੁੱਕਾ ਹੈ। ਸਵਾਲ ਤਾਂ ਉੱਠਦੇ ਨੇ ਨਾ। ਇਸ ਸਭ ਦੇ ਵਿੱਚ ਕਿਤੇ ਨਾ ਕਿਤੇ ਹੁਣ ਆਰਐਸਐਸ ਨੂੰ ਵੀ ਇੱਕ ਸੰਦੇਹ ਜਾਪਣ ਲੱਗ ਪਿਆ ਹੈ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਨੂੰ ਲੈ ਕੇ। ਇਸ ਕਰਕੇ ਕਈ ਤਰ੍ਹਾਂ ਦੇ ਨਾਲ ਕਿਆਸਬਾਜ਼ੀਆਂ ਦੇ ਦੌਰਾਂ ਦੇ ਵਿੱਚੋਂ ਨਿਕਲ ਕੇ ਬੈਠਕਾਂ ਦੇ ਦੌਰ ਜਾਰੀ ਹੋ ਚੁੱਕੇ ਨੇ। ਸਵਾਲ ਤਾਂ ਖੜੇ ਕਰਦਾ ਹੈ ਨਾ। ਕਈ ਵੱਡੇ ਬਦਲਾਅ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਪ੍ਰਧਾਨ ਮੰਤਰੀ ਦੀ ਲੋਕਪ੍ਰਿਯਤਾ ਕਿਤੇ ਨਾ ਕਿਤੇ ਘਟਦੀ ਵਿਖਾਈ ਦੇ ਰਹੀ ਹੈ। ਖਬਰਾਂ ਦੇ ਰਾਹੀਂ ਸਹੀ ਮਾਇਨੇ ਦੇ ਵਿੱਚ ਜਿਸ ਢੰਗ ਦੇ ਨਾਲ ਗੰਗਾ ਦੇ ਵਿੱਚੋਂ ਲਾਸ਼ਾਂ ਨਿਕਲ ਕੇ ਸਾਹਮਣੇ ਆਈਆਂ ਉਸ ਨੂੰ ਲੈ ਕੇ ਸਵਾਲ ਤਾਂ ਖੜੇ ਹੁੰਦੇ ਨੇ ਨਾ। ਅਤੇ ਇਹਨਾਂ ਸਵਾਲਾਂ ਨੂੰ ਲੈ ਕੇ ਹੁਣ ਜੋ ਰਿਪੋਰਟ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਸਹੀ ਮਾਇਨੇ ਦੇ ਵਿੱਚ ਸ਼ਾਇਦ ਉਹ ਅੱਜ ਦੇ ਹਿੰਦੁਸਤਾਨ ਦੀ ਇੱਕ ਤਸਵੀਰ ਬਣ ਚੁੱਕੀ ਹੈ ਕਿਉਂਕਿ ਸਹੀ ਮਾਇਨੇ ਦੇ ਵਿੱਚ ਸਵਾਲ ਤਾਂ ਖੜੇ ਹੁੰਦੇ ਨੇ ਨਾ। ਸਵਾਲ ਖੜੇ ਹੁੰਦੇ ਨੇ ਵਿਵਸਥਾਵਾਂ ਤੇ, ਸਵਾਲ ਖੜੇ ਹੁੰਦੇ ਨੇ ਉਹਨਾਂ ਦਾਅਵੇ ਵਾਅਦਿਆਂ ਤੇ ਜੋ ਸਹੀ ਮਾਇਨੇ ਦੇ ਵਿੱਚ ਕੀਤੇ ਗਏ ਸਨ ਲੇਕਿਨ ਪੂਰੇ ਨਹੀਂ ਹੋਏ, यानी कि पुगाए नहीं गई। दिखाओ जा रहे इस खास रिपोर्ट के विच कि किस तरह दे नाल जो कहा गया सी वो शायद अज होया नहीं है। ना अच्छे दिन आया ते ना क्रोनोलॉजी दी गल्लां निकल के सामने आईयां ने। सामने आया है तो सिर्फ देखो इस रिपोर्ट। कोरोना तो 5 ट्रिलियन इकोनॉमी का प्लान नूं धक्का लग चुका है। मैन्युफैक्चरिंग ग्रोथ के मामले च असीं बांग्लादेश तो पिछे रह चुके ने। हंगर इंडेक्स ਦੇ ਵਿੱਚ 107 ਦੇਸ਼ਾਂ 'ਚ ਭਾਰਤ 94 ਸਥਾਨ ਤੇ ਆ ਚੁੱਕਾ ਹੈ। ਦਰਅਸਲ ਕੋਰੋਨਾ ਦੀ ਦੂਜੀ ਲਹਿਰ 'ਚ ਇੱਕ ਹੋਰ ਜਿੱਥੇ ਵੱਡੀ ਸੰਖਿਆ 'ਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਚੁੱਕੀਆਂ ਨੇ ਉੱਥੇ ਦੂਜੇ ਪਾਸੇ ਅਰਥ ਵਿਵਸਥਾ ਤੇ ਵੀ ਬਹੁਤ ਵੱਡਾ ਅਸਰ ਪੈ ਚੁੱਕਾ ਹੈ, ਖਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਤੇ। ਵਿਕਸਿਤ ਦੇਸ਼ਾਂ ਦੀ ਗੱਲ ਬਹੁਤ ਦੂਰ ਦੀ ਹੈ। ਭਾਰਤ ਆਪਣੇ ਪੜੋਸੀ ਅਤੇ ਕਮਜ਼ੋਰ ਮੰਨੇ ਜਾਣ ਵਾਲੇ ਬੰਗਲਾਦੇਸ਼ ਤੇ ਵੀਅਤਨਾਮ ਤੱਕ ਤੋਂ ਪਿਛੜ ਰਿਹਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ, ਪਿਛੜ ਰਿਹਾ ਹੈ। ਸ਼ੁੱਕਰਵਾਰ ਨੂੰ ਬੰਗਲਾਦੇਸ਼ੀ ਅਖਬਾਰ 'ਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਤੀ ਵਿਅਕਤੀ ਆਏ ਦੇ ਮਾਮਲੇ 'ਚ ਬੰਗਲਾਦੇਸ਼ ਨੇ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਮੇਕ ਇਨ ਇੰਡੀਆ ਲਾਂਚ ਹੋਣ ਦੇ ਬਾਅਦ ਭਾਰਤ ਦਾ ਔਸਤ 16% ਤੋਂ ਡਿੱਗ ਕੇ 13% ਤੱਕ ਆ ਚੁੱਕਾ ਹੈ ਮੇਕ ਇਨ ਇੰਡੀਆ ਦਾ। ਜੀ ਹਾਂ, ਪਿਛਲੇ 2 ਦਸ਼ਕਾਂ 'ਚ ਭਾਰਤ ਨੂੰ ਇੱਕ ਉਭਰਤੀ ਆਰਥਿਕ ਸ਼ਕਤੀ ਦੇ ਤੌਰ ਤੇ ਦੁਨੀਆ 'ਚ ਪਹਿਚਾਣ ਮਿਲੀ ਸੀ। ਵਾਕਈ ਮਿਲੀ ਸੀ। ਭਾਰਤ ਨੂੰ ਮੈਨੂਫੈਕਚਰਿੰਗ ਸੈਕਟਰ 'ਚ ਚੀਨ ਅਤੇ ਸਾਊਥ ਕੋਰੀਆ ਦੇ ਵਿਕਲਪ ਦੇ ਤੌਰ ਤੇ ਵੀ ਦੇਖਿਆ ਜਾਣ ਲੱਗਾ ਸੀ। 2014 ਦੇ ਵਿੱਚ ਸੱਤਾ ਤੇ ਆਉਣ ਤੋਂ ਬਾਅਦ PM ਮੋਦੀ ਵੀ ਭਾਰਤ ਦੀ क्षमताਵਾਂ ਨੂੰ ਭਰਪੂਰ ਵਿਸ਼ਵਾਸ ਦਿਖਾਉਂਦੇ ਦਿਖੇ। ਲੇਕਿਨ ਮੇਕ ਇਨ ਇੰਡੀਆ, ਸਟੈਂਡ ਅਪ ਇੰਡੀਆ, ਸਟਾਰਟਅਪ ਇੰਡੀਆ ਇਸੇ ਵਿਚਾਰ ਨੂੰ ਆਧਾਰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਯੋਜਨਾਵਾਂ ਸਨ। ਇਹਨਾਂ ਸਾਰਿਆਂ ਦਾ ਮਕਸਦ ਦੇਸ਼ 'ਚ ਮੈਨੂਫੈਕਚਰਿੰਗ ਨੂੰ ਬੜਾਵਾ ਦੇਣਾ ਤੇ ਦੁਨੀਆ ਤੇ ਆਪਣੀ ਛਾਪ ਛੱਡਣਾ ਸੀ। ਲੇਕਿਨ ਅੱਜ ਕਿਹੋ ਜਿਹੀ ਛਾਪ ਦੁਨੀਆ ਤੇ ਭਾਰਤ ਦੀ ਪਈ ਹੋਈ ਹੈ ਇਸ ਸਭ ਦੇ ਸਾਹਮਣੇ। इस वायरस ने हमारे कई अपनों को हमसे छीना है। मैं उन सभी लोगों को अपनी विनम्र श्रद्धांजलि देता हूं और उनके परिजनों के प्रति सांत्वना व्यक्त करता हूं। ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਭਾਰਤ ਗਲੋਬਲ ਹੰਗਰ ਇੰਡੈਕਸ 2020 107 ਦੇਸ਼ਾਂ ਦੀ ਲਿਸਟ 'ਚ 94 ਪਾਇਦਾਨ ਤੇ ਹੈ, ਯਾਨੀ ਕਿ ਖਤਰਨਾਕ ਭੁੱਖਮਰੀ ਦੇ ਪੱਧਰ ਤੇ। ਉੱਥੇ UNDP ਦੀ ਹਿਊਮਨ ਡਿਵੈਲਪਮੈਂਟ ਇੰਡੈਕਸ 'ਚ ਦੇਸ਼ ਦਾ ਨੰਬਰ 181 ਦੇਸ਼ਾਂ 'ਚ 131ਵਾਂ ਸੀ। इस रिपोर्ट के मुताबिक देश च 34.7% तो ज्यादा बच्चे भुखमरी ते कुपोषण दे नाल पीड़ित ने। इसी तरह 2019-2020 ਦੇ ਲਈ ਹੋਏ 5ਵੇਂ ਨੈਸ਼ਨਲ ਫੈਮਿਲੀ ਹੈਲਥ ਸਰਵੇ ਯਾਨੀ NFHS 5 ਦੇ ਮੁਤਾबिक ਪਿਛਲੇ 5 ਸਾਲਾਂ 'ਚ ਭਾਰਤ 'ਚ ਬੱਚਿਆਂ ਦੇ ਅੰਦਰ ਕੁਪੋਸ਼ਣ ਦੀ ਦਰ ਵੱਧ ਚੁੱਕੀ ਹੈ।
ਖਾਸ ਗੱਲ ਇਹ ਹੈ ਕਿ NFHS5 ਕੋਰੋਨਾ ਪ੍ਰਸਾਰ ਤੋਂ ਪਹਿਲਾਂ ਕਰਵਾਇਆ ਗਿਆ ਇੱਕ ਸਰਵੇ ਸੀ ਅਤੇ ਹੁਣ ਇਹ ਡਰ ਹੋਰ ਪੈਦਾ ਕਰਦਾ ਹੈ ਕਿ ਸਥਿਤੀ ਕਿਤੇ ਹੋਰ ਜ਼ਿਆਦਾ ਖਰਾਬ ਤਾਂ ਨਹੀਂ ਹੋ ਜਾਵੇਗੀ। ਅਪ੍ਰੈਲ 2020 ਤੋਂ ਅਪ੍ਰੈਲ 2021 ਦੇ ਵਿੱਚ ਕੋਰੋਨਾ ਕਾਲ ਦੇ 1 ਸਾਲ 'ਚ 23 ਕਰੋੜ ਲੋਕ ਗਰੀਬੀ ਰੇਖਾ ਤੋਂ ਨੀਚੇ ਆ ਗਏ ਨੇ। ਆਖਰੀ ਵਾਰ ਜਦੋਂ ਗਰੀਬੀ ਤੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਆਈ ਸੀ ਤਾਂ 10 ਸਾਲਾਂ 'ਚ ਕੇਵਲ 27 ਕਰੋੜ 30 ਲੱਖ ਲੋਕ ਗਰੀਬੀ ਰੇਖਾ ਤੋਂ ਬਾਹਰ ਪਾਏ ਗਏ ਸਨ। ਯਾਨੀ ਕਿ ਕੋਰੋਨਾ ਨੇ 1 ਸਾਲ 'ਚ ਗਰੀਬੀ ਦੇ ਮਾਮਲੇ 'ਚ ਦੇਸ਼ ਨੂੰ ਕਰੀਬ 8 ਤੋਂ 9 ਸਾਲ ਪਿੱਛੇ ਢਕੇਲ ਦਿੱਤਾ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, 8 ਤੋਂ 9 ਸਾਲ ਪਿੱਛੇ ਢਕੇਲ ਦਿੱਤਾ ਗਿਆ। ਜੇਕਰ ਹਾਲੀਆ ਰਿਪੋਰਟ ਦੀ ਗੱਲ ਕਰੀਏ ਤਾਂ ਹਾਲੀਆ ਰਿਪੋਰਟ 'ਚ ਅਜ਼ੀਮ ਜੀ ਪ੍ਰੇਮ ਜੀ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਇੰਪਲੋਇਮੈਂਟ ਦੀ ਹੈ ਸਟੇਟ ਆਫ ਵਰਕਿੰਗ ਇੰਡੀਆ 2021 ਚ 1 ਈਅਰ ਆਫ ਕੋਵਿਡ-19 ਨਾਮ ਦੀ ਇਸ ਰਿਪੋਰਟ 'ਚ ਨੌਕਰੀ ਜਾਣ ਦੇ ਨਾਲ ਜੀਵਨ 'ਚ ਪੈਣ ਵਾਲੇ ਅਸਰ ਦੀ ਇੱਕ ਸਟੱਡੀ ਕੀਤੀ ਗਈ ਹੈ। ਇਸ 'ਚ 23 ਕਰੋੜ ਲੋਕਾਂ ਦੇ ਗਰੀਬੀ ਰੇਖਾ ਦੇ ਨੀਚੇ ਚਲੇ ਜਾਣ ਦਾ ਸਾਫ਼ ਤੌਰ ਤੇ ਦਾਅਵਾ ਕੀਤਾ ਗਿਆ ਹੈ। ਇਸ 'ਚ ਦੇਸ਼ ਦੇ 2006 ਵਾਲੀ ਹਾਲਤ 'ਚ ਵਾਪਸ ਪਰਤਣ ਦੀ ਸਥਿਤੀ ਬਣ ਗਈ ਹੈ। ਜੇਕਰ UN ਦੀ ਰਿਪੋਰਟ ਦੀ ਗੱਲ ਕਰੀਏ ਤਾਂ UN ਦੀ ਰਿਪੋਰਟ ਦੇ ਮੁਤਾਬਿਕ ਸਾਲ 2005 ਤੇ ਸਾਲ 2006 ਦੇ ਵਿੱਚ ਭਾਰਤ 'ਚ ਕਰੀਬ 64 ਕਰੋੜ ਲੋਕ ਯਾਨੀ 55.1% ਗਰੀਬ ਸਨ। ਲੇਕਿਨ ਤਤਕਾਲੀਨ ਮਨਮੋਹਨ ਸਿੰਘ ਸਰਕਾਰ ਦੀ ਯੋਜਨਾ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਮ 2005 ਯਾਨੀ ਕਿ ਮਨਰੇਗਾ ਦੇ ਚੱਲਦੇ ਇਸ ਦੇ ਵਿੱਚ ਕਾਫੀ ਸੁਧਾਰ ਹੋਇਆ ਸੀ ਕਿਉਂਕਿ 80% ਗਰੀਬ ਪਿੰਡਾਂ 'ਚ ਰਹਿੰਦੇ ਨੇ। ਸਾਲ 2015 ਸਾਲ 2016 ਤੱਕ ਦੇਸ਼ 'ਚ ਗਰੀਬੀ ਘਟ ਕੇ 36.9 ਕਰੋੜ ਯਾਨੀ ਕਿ 27.9% ਰਹਿ ਗਈ ਸੀ। ਜੇਕਰ ਗੱਲ ਕਰੀਏ ਵਰਲਡ ਇਕਨੋਮਿਕ ਫੋਰਮ ਦੀ WEF ਦੀ ਗਲੋਬਲ ਸੋਸ਼ਲ ਮੋਬਿਲਿਟੀ ਰਿਪੋਰਟ 2020 ਦੇ ਮੁਤਾਬਿਕ ਭਾਰਤ ਦੇ ਕਿਸੇ ਗਰੀਬ ਪਰਿਵਾਰ ਨੂੰ ਮਿਡਲ ਕਲਾਸ 'ਚ ਆਉਣ ਦੇ ਲਈ 7 ਪੀੜ੍ਹੀਆਂ ਦਾ ਸਮਾਂ ਲੱਗ ਜਾਂਦਾ ਹੈ। ਅਜਿਹੇ 'ਚ 23 ਕਰੋੜ ਲੋਕਾਂ ਨੂੰ ਕੋਰੋਨਾ ਨੇ ਗਰੀਬੀ ਰੇਖਾ ਤੋਂ ਨੀਚੇ ਧੱਕ ਦਿੱਤਾ ਹੈ। ਉਹਨਾਂ ਨੂੰ ਵਾਪਸ ਆਉਣ ਦੇ ਲਈ ਕਈ ਸਾਲ ਲੱਗ ਸਕਦੇ ਨੇ। ਤੁਸੀਂ ਬਿਲਕੁਲ ਸਹੀ ਸੁਣਿਆ, ਕਈ ਸਾਲ ਉਹਨਾਂ ਨੂੰ ਵਾਪਸ ਆਉਣ ਦੇ ਲਈ ਲੱਗ ਸਕਦੇ ਨੇ। ਜੇਕਰ ਸੰਘ ਦੀ ਗੱਲ ਕਰੀਏ ਤਾਂ ਸੰਘ ਨੂੰ ਭਾਜਪਾ ਦੀ ਚਿੰਤਾ ਸਤਾਉਣ ਲੱਗ ਪਈ ਹੈ। ਸੰਘ ਤੇ ਭਾਜਪਾ ਦੇ ਆਲਾ ਅਧਿਕਾਰੀ ਆਪਣੀ ਛਵੀ ਸੁਧਾਰਨ ਦੀ ਰਣਨੀਤੀ ਤੇ ਚਰਚਾ ਆਉਣ ਵਾਲੇ ਦਿਨਾਂ 'ਚ ਕਰ ਸਕਦੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਕਈ ਵੱਡੇ ਬਦਲਾਅ ਦੀ ਸੰਭਾਵਨਾ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਦੇ ਦੌਰਾਨ ਮੋਦੀ ਤੇ ਹੋ ਰਹੇ ਸਿੱਧੇ ਹਮਲਿਆਂ ਤੇ ਭਾਜਪਾ ਸਾਫ਼ ਤੌਰ ਤੇ ਪਰੇਸ਼ਾਨ ਹੈ। ਦੂਜੀ ਲਹਿਰ ਨੇ ਦੇਸ਼ ਨੂੰ ਇੱਕ ਤਰ੍ਹਾਂ ਦੇ ਨਾਲ ਹਿਲਾ ਕੇ ਰੱਖ ਦਿੱਤਾ ਹੈ। ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਦੀ ਤਿਆਰੀਆਂ ਸਭ ਦੇ ਸਾਹਮਣੇ ਉਜਾਗਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਵੈਕਸੀਨ, ਆਕਸੀਜਨ, ਬੈੱਡ ਅਤੇ ਦਵਾਈਆਂ ਦੀ ਕਮੀਆਂ ਨੇ ਤਿਆਰੀ ਦੀ ਖਾਮੀ ਨੂੰ ਉਜਾਗਰ ਸਾਫ਼ ਤੌਰ ਤੇ ਕਰਕੇ ਰੱਖ ਦਿੱਤਾ ਹੈ। ਜੇਕਰ ਉੱਤਰ ਪ੍ਰਦੇਸ਼ ਦੀ ਗੱਲ ਕਰੀਏ, ਉੱਤਰ ਪ੍ਰਦੇਸ਼ ਕੋਰੋਨਾ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਰਾਜਾਂ 'ਚ ਸ਼ਾਮਿਲ ਹੋ ਚੁੱਕਾ ਹੈ। ਗੰਗਾ 'ਚ ਬਹਿੰਦੀਆਂ ਲਾਸ਼ਾਂ ਨੇ ਸੂਬੇ ਤੇ ਹੋਣ ਵਾਲੇ ਮੌਤਾਂ ਦੀ ਸੱਚਾਈ ਨੂੰ ਸਭ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਕੋਰੋਨਾ ਦੀ ਸਥਿਤੀ ਨੂੰ ਸੰਭਾਲਣ ਨੂੰ ਲੈ ਕੇ ਯੋਗੀ ਸਰਕਾਰ ਤੇ ਸਵਾਲ ਉੱਠ ਰਹੇ ਨੇ। ਇਸ ਸਭ ਦੇ ਵਿੱਚ ਸਵਾਲ ਇਹ ਵੀ ਹੈ ਕਿ ਉੱਤਰ ਪ੍ਰਦੇਸ਼ 'ਚ ਟੈਸਟ ਤੇ ਕੇਸਿਸ ਦੇ ਆંકੜੇ ਵਾਕਈ ਸੱਚੇ ਨੇ ਤੇ ਦੂਜੇ ਪਾਸੇ ਟੂਲ ਕਿਟ ਮਾਮਲੇ ਤੇ ਟਵਿੱਟਰ ਦੇ ਵੱਲੋਂ ਜੋ ਝਟਕਾ ਭਾਜਪਾ ਤੇ ਸਰਕਾਰ ਨੂੰ ਲੱਗਿਆ ਹੈ ਉਹ ਕਈ ਨਿਸ਼ਾਨ ਤਾਂ ਪਿੱਛੇ ਛੱਡ ਹੀ ਗਿਆ ਹੈ। ਮੇਰੀ ਰਿਪੋਰਟ PTC ਨਿਊਜ਼। ਦਰਅਸਲ ਜਿਸ ਢੰਗ ਦੇ ਨਾਲ ਸਵਾਲਾਂ ਦੀ ਫਹਿਰਿਸਤ ਲੰਬੀ ਹੈ, ਸ਼ਾਇਦ ਜਵਾਬਾਂ ਦਾ ਇੰਤਜ਼ਾਰ ਵੀ ਲੰਬਾ ਹੋਵੇਗਾ। ਉਮੀਦ ਤਾਂ ਕੁਝ ਅਜਿਹੀ ਹੈ, ਲੇਕਿਨ ਆਉਣ ਵਾਲੇ ਵਕਤ ਵਿੱਚ ਪਤਾ ਚੱਲੇਗਾ ਕਿ ਸਹੀ ਮਾਇਨੇ ਦੇ ਵਿੱਚ ਇੰਤਜ਼ਾਰ ਲੰਬਾ ਹੁੰਦਾ ਹੈ ਇਹਨਾਂ ਜਵਾਬਾਂ ਨੂੰ ਲੈ ਕੇ ਜਾਂ ਨਹੀਂ। ਲੇਕਿਨ ਜਿਸ ਢੰਗ ਦੇ ਨਾਲ ਸੰਘ ਨੂੰ ਹੁਣ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਦੀ ਇੱਕ ਚਿੰਤਾ ਸਤਾਉਣ ਲੱਗ ਪਈ ਹੈ, ਉਸ ਦੀ ਲੋਕਪ੍ਰਿਯਤਾ ਨੂੰ ਲੈ ਕੇ ਸ਼ਾਇਦ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਹੋ ਸਕਦਾ ਕਿ ਆਉਣ ਵਾਲੇ ਵਕਤ ਦੇ ਵਿੱਚ ਇਸ ਚੀਜ਼ ਨੂੰ ਦੁਰਸਤ ਕੀਤਾ ਜਾਵੇ। ਜੇ ਗੱਲ ਕਰੀਏ ਵਿਪਕਸ਼ ਦੀ ਯਾਨੀ ਕਿ ਵਿਰੋਧੀ ਧਿਰ ਦੀ, ਵਿਰੋਧੀ ਧਿਰ ਆਪਣੇ ਆਪ ਦੇ ਵਿੱਚ ਟੁੱਟਿਆ ਹੋਇਆ ਹੈ, ਵਿਰੋਧੀ ਧਿਰ ਸਿਮਟਿਆ ਨਹੀਂ ਹੈ। ਇਸੇ ਕਰਕੇ ਸ਼ਾਇਦ ਪ੍ਰਧਾਨ ਮੰਤਰੀ ਵਿਰੋਧੀ ਧਿਰ ਨੂੰ ਤਾਂ ਹਰਾ ਸਕਣ, ਲੇਕਿਨ ਜੋ ਪ੍ਰਸਥਿਤੀਆਂ ਅੱਜ ਤੱਕ ਬਣ ਚੁੱਕੀਆਂ ਨੇ ਇਹਨਾਂ ਪ੍ਰਸਥਿਤੀਆਂ ਨੂੰ ਹਰਾ ਕੇ ਇੱਕ ਆਮ ਜਨਤਾ ਦੇ ਵਿੱਚ ਆਪਣੀ ਦੁਬਾਰਾ ਉਸ ਛਵੀ ਨੂੰ ਬਣਾ ਕੇ ਰੱਖਣਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ। ਲੇਕਿਨ ਇਸ ਸਭ ਦੇ ਵਿੱਚ ਇੱਕ ਚੈਲੰਜ ਵਾਲੀ ਹੋਰ ਤੁਹਾਨੂੰ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਕਿ ਪੰਜਾਬ ਤੋਂ ਨਿਕਲ ਕੇ ਸਾਹਮਣੇ ਆ ਚੁੱਕੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ PTC ਨੇ ਖਬਰ ਚਲਾਈ। ਉਸ ਖਬਰ ਦੇ ਵਿੱਚ ਵਿਖਾਇਆ ਸੀ ਕਿ ਕਿਸ ਤਰ੍ਹਾਂ ਦੇ ਨਾਲ 13 ਸਾਲ ਦੀ ਇੱਕ ਮਾਸੂਮ ਬੱਚੀ ਅਖਬਾਰਾਂ ਦੇ ਲਿਫਾਫੇ ਬਣਾ ਕੇ ਗੁਜ਼ਾਰਾ ਕਰ ਰਹੀ ਹੈ ਆਪਣੀ ਮੁਫਲਸੀ ਨੂੰ ਲੈ ਕੇ। ਘਰ ਦੇ ਜੀ ਬਿਮਾਰ ਨੇ, ਲੇਕਿਨ ਉਸ ਸਭ ਦੇ ਵਿੱਚ ਇਸ ਬੱਚੀ ਨੇ ਆਪਣੇ ਘਰ ਦੇ ਪਰਿਵਾਰ ਨੂੰ ਸਾਂਭਿਆ ਹੋਇਆ ਹੈ। ਇਸ ਖਬਰ ਨੂੰ ਵਿਖਾਉਣ ਤੋਂ ਬਾਅਦ ਮੁੱਖ ਮੰਤਰੀ ਦਾ ਦਿਲ ਵੀ ਕਿਤੇ ਨਾ ਕਿਤੇ ਜ਼ਰੂਰ ਪਸੀਜਿਆ ਤੇ ਉਹਨਾਂ ਨੇ ਇਸ ਬੱਚੀ ਦੀ ਬਾਹ ਫੜਨ ਦੀ ਗੱਲ ਜ਼ਰੂਰ ਕਹੀ ਹੈ। ਦਿਖਾਉਣ ਜਾ ਰਹੇ ਹਾਂ ਇਸ ਰਿਪੋਰਟ ਨੂੰ ਜ਼ਰਾ ਗੌਰ ਨਾਲ ਦੇਖਿਓ। ਅਕਸਰ ਹੀ ਛੋਟੀ ਉਮਰ 'ਚ ਬੱਚੇ ਖੇਡਣ ਜਾਂ ਪੜ੍ਹਾਈ ਕਰਨ 'ਚ ਧਿਆਨ ਦਿੰਦੇ ਨੇ,
पर थोड़ी स्क्रीन पे जो लड़की या बच्ची दिखाई दे रही है उसने छोटी ही उम्रे घर की जिम्मेवारी अपने मोढियां ते चुक ली है ते परिवार का गुजारा अपने दम ते चला रही है। जी हाँ, ये लड़की जिसका नाम राधा है, उम्र महज 13 साल है पर हौसले अटूट ने। ते वो भी वजह है कि सौखी कड़ी च परिवार के मोढे नाल मोढा जोड़ के खड़ी हुई है, जिसकी गवाही भर रही ने ये तस्वीरां। दरअसल संगरूर दे लहरा गागा दी बच्ची अखबारों के लिफाफे बना के बेच रही है ते अपने परिवार का गुजारा चला रही है, क्योंकि पिता बीमार है ते घर का गुजारा चलाने वाला कोई है ही नहीं। बड़ा मुश्किल हो रहा है ते यही वजह है कि बच्ची नूं एक कदम चुकना पिया, क्योंकि पापी ढिड दा जो सवाल है ढिड दा पर नहीं है ना। साडी मजबूरी है, साडे घर दे हालात बहुत माड़े हो रहे ने, इस करके मैं पहला अखबार दे लिफाफे रात नूं बनानी आ ते सवेरे फिर बेच के आउणी आ। की है मजबूरी थोड़ी? क्योंकि साडे घर दे खर्चे, मेरे मतलब मेरे पापा दी दवाई, सारे दे मतलब बहुत खर्चे ने। और घर च कोई कमाना है? ना जी, कोई भी कमाना वाला हैगा, मेरे पापा सी कमाना वाले, और भी घरे बह के। तो सुनिया, घर दियां मजबूरियां ने जो इस बच्ची नूं एक कदम चुकण दे लई मजबूर कर रही ने। ना घर च कोई कमाने वाला है, बस इक्को सहारा है तां ये धी। खैर, बच्ची मेहनत कर रही है ते हौसला देना बनदा ही है ना। सरकार तो भी मंग करते हैं जी, दवाई का खर्चा मिल जाए जी, मेरे बच्चों को पढ़ाई मिल जाए जी, मैनू कोई काम मिल जाए जी, मैनू किते लवा देना। जेहड़े सरकारी सहूलतां ने सानू दित्तियां जाण जी। बहरहाल कुछ दिन पहला भी एक इस तरह की वीडियो वायरल हुई सी, जिस विच एक बच्चा जुराबा बेच रहा सी ते कैप्टन अमरिंदर सिंह ने उसकी मदद भी की सी। ते हुण जदों पीटीसी न्यूज़ ने इस खबर नूं नशर किया ते उस तो बाद प्रशासन भी जाग उठा ते बच्ची की मदद करने का ऐलान कर दिता गया। गुरदर्शन सिंह, पीटीसी न्यूज़, लहरा गागा। देश के मौजूदा दौर की हकीकत भी तुहानूं विखा दित्ती। पंजाब दे विच एक मासूम बच्ची दे नाल जो होया वो भी तुहानूं विखा दित्ता। किस तरह दे नाल मुख मंत्री ने इस बच्ची नूं राहत देने की गल कही है वो भी तुहानूं विखा सुना दित्ता। लेकिन इस सब दे विच कुछ होर लोग भी ने जिन्हां नूं शायद तुहाडे तक विखाना या पहुंचाना बहुत ज़्यादा जरूरी है। एक परिवार है जो मुफलिसी, गरीबी, लाचारी, बेबसी का शिकार होया गया है। घर दे विच कमाउण वाला जी नहीं है, 4-4 धीआं ने। इंतजार है, गुहार है ते शायद एक पुकार है उसके जहन दे विच या आने वाले वक्त दे विच कोई आवेगा उसकी बांह फड़न दे लई। इंतजार किते लंबा ना हो जाए, इस दे लई इस खबर नूं वेखना भी जरूरी है ते शायद इस इंसान की मदद दे लई अगे हाथ बढ़ाना भी बहुत ज़्यादा जरूरी है। वेखो इस खास रिपोर्ट। इन्हां अखां दे विच दर्द, इन्हां तस्वीरां दे विच परिवार की बेबसी, उन्हां दी लाचारी साफ वेखी जा सकती है, महसूस की जा सकती है। मंजे ते पे इस शख्स के शरीर ते जख्म इन्ने ने कि गिनती भी करनी औखी हो गई है। ना सिर ते पक्की छत है अते ना ही परिवार नूं 2 वक्त दी रोटी कित्यों नसीब हो रही है। जिस उम्र छोटे बच्चे बिना किसी डर, बिना किसी फिकर जिंदगी च वड्डा करना, डॉक्टर, पायलट बनना, एक्टर बनना दे सुपने वेख रहे ने हुंदे ने, उस उम्र च इन्हां मासूम बच्चों नूं इस गल दा फिकर सता रहा है कि रात नूं भरपेट खाना मिलेगा या नहीं। दरअसल दिल नूं झंझोड़ के रख देण वालियां तस्वीरां फरीदकोट दे पिंड दाणा रोमाणा दियां ने, जिथे दा रहण वाला जसकरण सिंह अते उसका परिवार पिछले कई सालों तो नरक तो भी बदतर जिंदगी जीण दे लई मजबूर हो चुका है इस न्यू इंडिया दे विच। दरअसल साल 2014 च जदों जसकरण सिंह अपने काम तो घर वापस परत रहा सी तां फरीदकोट तो दाणा रोमाणा नूं जांदे रस्ते च सड़क टुट्टी होने के कारण वो एक भयानक हादसे का शिकार हो गया। जिवें उसका मोटरसाइकिल रोड तो तिलकिया, उवें ही जसकरण की जिंदगी की गड्डी भी ली तो लै गई अते उसकी रीढ़ की हड्डी दे वज्जी सट ने उसका हाल बना छड्डिया है। मोटरसाइकिल तिलक के खाले च वड़ गया जी मूरला टायर, तो वो टायर वड़न के कारण खाले की बन्नी ते मेरी धौन वज गई। धौन वाले 2 मणके क्रैक हो गए, जिहदे कारण मेरा शरीर डेड हो गया सारा। लत्तां तो कम छड्ड गईयां, बाहां कम छड्ड गईयां। पे दे मेरे पैप की प्रॉब्लम आ गई जी, ऑपरेशन करके पैप पेट च पाउणी पैगी। फिर इहदा एक गोली आ खराब हो गई, पे दा मतलब कि ये कढ़ाई हुण दूसरे पासे का खराब हो गई। डॉक्टर कहंदा वो भी ऑपरेशन करके बाहर कढ़िया जाऊगा, अगली हड्डी उन्नी वड्डी जाऊगी जां वड्ड के ते फिर।
इस दर्दनाक हादसे तो बाद परिवार की की हालत हो गई, ये तस्वीरें खुद सब कुछ बयान कर रही ने। हादसे ਨੂੰ करीब 7 साल बीत चुके ने। घर ਦੀ ਸਾਰੀ ਪੂੰਜੀ ਜਸਕਰਨ ਦੇ ਇਲਾਜ ਤੇ ਖਰਚ ਹੋ ਚੁੱਕੀ ਹੈ। ਸਮਾਜ ਸੇਵੀ ਲੋਕਾਂ ਅਤੇ ਪਰਿਵਾਰ ਦੀ ਵੱਡੀ ਬੇਟੀ ਦੀ ਬਦੌਲਤ ਕਿਸੇ ਤਰ੍ਹਾਂ ਘਰ ਦਾ ਥੋੜਾ ਬਹੁਤਾ ਗੁਜ਼ਾਰਾ ਚੱਲਦਾ ਆ ਰਿਹਾ ਹੈ। ਕਰਦੇ ਹਾਲਾਤ ਵੀ ਜੀ ਬਸ ਵੈਗਰੂ ਆਸ ਰਹੀ ਹੈ, ਰੋਟੀ ਮਿਲੀ ਜਾਂਦੀ ਹੈ, ਚੰਗੀ ਮਾੜੀ ਖਾਈ ਜਾਂਦੇ ਹਾਂ। ਖਰਚ ਕਮਾਉਣ ਦਵਾਈਆਂ ਇੱਕ ਬੇਟੀ ਹੈ ਜੀ, ਮਤਲਬ ਕਿ ਪ੍ਰਾਈਵੇਟ ਉਹਦੇ 'ਚ ਲੱਗੀ ਹੈ ਜੀ ਡੈਮੇਜ ਸਟੋਰ 'ਚ। ਹੁਣ ਦਿੰਦੇ 7500 ਰੁਪਇਆ ਬਠਿੰਡੇ। ਉੱਥੇ ਉਹ ਰਹਿੰਦੀ ਹੈ ਜੀ, ਕੁਛ ਆਪਦਾ ਖਰਚਾ ਕਰ ਲੈਂਦੀ ਹੈ, ਕੁਛ ਸਾਨੂੰ ਦੇ ਦਿੰਦੀ ਹੈ ਜੀ। ਕਿੰਨੇ ਬੱਚੇ ਜੀ ਪਰਿਵਾਰ 'ਚ? 5 ਬੇਟੀਆਂ ਤੇ 2 ਬੇਟੇ। ਜਸਕਰਨ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਇੱਕ ਨਿੱਜੀ ਹਸਪਤਾਲ ਨੇ ਉਸ ਦੇ ਇਲਾਜ ਦੇ ਲਈ ਕਰੀਬ 70,000 ਰੁਪਏ ਦਾ ਖਰਚ ਦੱਸਿਆ ਹੈ, ਮਾਤਰ ਸਿਰਫ 70,000 ਰੁਪਏ। ਪਰ ਪਰਿਵਾਰ ਦੇ ਕੋਲ ਤਾਂ 2 ਵਕਤ ਦੀ ਰੋਟੀ ਖਾਣ ਦੇ ਵੀ ਪੈਸੇ ਨਹੀਂ ਹਨ। ਅਜਿਹੇ 'ਚ ਜਸਕਰਨ ਦੇ ਕੋਲ ਇਹ ਦੁੱਖ ਸਹਿਣ ਤੋਂ ਇਲਾਵਾ ਹੋਰ ਰਾਹ ਨਜ਼ਰ ਵੀ ਨਹੀਂ ਆ ਰਿਹਾ। ਪਰਿਵਾਰ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਕਿ ਕੋਈ ਤਾਂ ਆਵੇ, ਮਦਦ ਕਰ ਦੇਵੇ। ਜਿਹਦੇ ਰੀੜ ਦੀ ਹੱਡੀ ਤਾਂ ਹੁਣ ਦੇ ਮਣ ਕੇ ਕਰੈਂਕ ਹੋਇਆ ਹੀ 2014 ਦੇ ਵਿੱਚ, ਤੇ ਅਸੀਂ ਇਹ ਕਾਲੇ ਦੀ ਕੰਨੀ ਦੇ ਵਜੇ ਜਮਾ ਸਰੀਰ ਇਹਦਾ ਖਤਮ ਹੋ ਗਿਆ ਸੀ। ਬਹੁਤ ਵੱਡੇ ਵੱਡੇ ਜ਼ਖਮ ਸੀਗੇ ਜੀ ਇਹਦੇ, ਕਮ ਸੇ ਕਮ 5 ਪੱਟੀਆਂ ਪੈਂਦੀਆਂ ਰਹੀਆਂ। ਹੁਣ ਜ਼ਖਮ ਘੱਟ ਆਉਣ ਤਾਂ ਇਨਫੈਕਸ਼ਨ ਜ਼ਿਆਦਾ ਹੋਣੇ ਕਰਕੇ ਹੱਡੀਆਂ ਗਲ ਰਹੀਆਂ ਜੀ ਇਹਦੀਆਂ। ਅਸੀਂ ਇਹੀ ਮੰਗ ਕਰਦੇ ਹਾਂ ਵੀ ਹੱਡੀਆਂ ਤੇ ਕੋਈ ਵੀ ਬੰਦਾ ਵੀ ਜਾਂ ਤਾਂ ਆਪਰੇਸ਼ਨ ਕਰਵਾ ਦੇ ਇਹਦਾ, ਠੀਕ ਆ, ਜਾਂ ਵੀ ਸਾਨੂੰ ਕੋਈ ਮਦਦ ਕਰਦੇ ਵੀ ਅਸੀਂ ਆਪਣੇ ਆਪ ਆਪਰੇਸ਼ਨ ਕਰਵਾ ਲਈਏ। ਵੀ ਡਾਕਟਰ ਨੇ ਇਹੀ ਗੱਲ ਆ ਕਿ ਸਾਡੇ ਕੋਲ ਇੰਨੀ ਪੂੰਜੀ ਹੈ ਕੋਈ ਨਾ ਵੀ ਅਸੀਂ ਆਪਰੇਸ਼ਨ ਕਰਵਾ ਸਕੀਏ, ਇਸ ਲਈ ਘਰੇ। ਦੱਸ ਦਈਏ ਕਿ ਜਿਸ ਆਯੁਸ਼ਮਾਨ ਭਾਰਤ ਸਿਹਤ ਬੀਮਾ ਕਾਰਡ ਦੀ ਭਾਰਤ ਸਰਕਾਰ ਤਾਰੀਫਾਂ ਕਰਦੀ ਨਹੀਂ ਥੱਕਦੀ, ਉਹ ਸਿਹਤ ਬੀਮਾ ਕਾਰਡ ਵੀ ਇਸ ਪਰਿਵਾਰ ਦੇ ਕਿਸੇ ਕੰਮ ਨਹੀਂ ਆਇਆ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਕਾਰਡ ਤਾਂ ਬਣਿਆ ਹੈ, ਪਰ ਉਹ ਕਿਸੇ ਹਸਪਤਾਲ ਵਿੱਚ ਚੱਲਦਾ ਹੀ ਨਹੀਂ ਹੈ। ਇਲਜ਼ਾਮ ਤਾਂ ਇਹੋ ਨੇ। ਆਯੁਸ਼ਮਾਨ ਭਾਰਤ ਕਾਰਡ ਬਣਿਆ ਵੀਰ ਜੀ, ਤੇ ਪਰ ਚੱਲਦਾ ਕੋਈ ਨਹੀਂ ਪਿਆ ਕਿਤੇ ਵੀ। ਕਿਤੇ ਨਹੀਂ ਚੱਲ ਰਿਹਾ? ਨਹੀਂ ਜੀ। ਪਰਿਵਾਰ ਨੂੰ ਇੰਤਜ਼ਾਰ ਹੈ ਕਿ ਸ਼ਾਇਦ ਸਰਕਾਰ ਉਹਨਾਂ ਦੀ ਬਾਂਹ ਫੜੇਗੀ ਜਾਂ ਕੋਈ ਦਾਨੀ ਸੱਜਣ ਉਹਨਾਂ ਦੀ ਮਦਦ ਲਈ ਅੱਗੇ ਆਵੇਗਾ। ਪਰ ਇੰਤਜ਼ਾਰ ਹੋਰ ਕਿੰਨਾ ਲੰਬਾ ਹੋਣ ਵਾਲਾ ਹੈ, ਇਸ ਦਾ ਕਿਸੇ ਨੂੰ ਕੋਈ ਅੰਦਾਜ਼ਾ ਸ਼ਾਇਦ ਹੈ ਹੀ ਨਹੀਂ। ਪਰ ਕਿਤੇ ਇਹ ਨਾ ਹੋਵੇ ਕਿ ਇੰਤਜ਼ਾਰ ਕਰਦੇ ਕਰਦੇ ਜਸਕਰਨ ਜ਼ਿੰਦਗੀ ਦੀ ਜੰਗ ਵੀ ਹਾਰ ਜਾਵੇ। ਫਰੀਦਕੋਟ ਤੋਂ ਅਮਨਦੀਪ ਲੱਕੀ, PTC ਨਿਊਜ਼। ਪੇਸ਼ ਕਰਨ ਜਾ ਰਹੇ ਇੱਕ ਅਜਿਹੀ ਖਬਰ ਜੋ ਵਾਕਈ ਇੱਕ ਸਿਸਟਮ ਦੇ ਉੱਤੇ ਮੂੰਹ ਦੇ ਉੱਤੇ ਤਮਾਚਾ ਹੈ। ਜੀ ਹਾਂ, ਜਿਸ ਢੰਗ ਦੇ ਨਾਲ ਤੁਸੀਂ ਖਬਰ ਵੇਖੀ ਸੀ ਕਿ ਇੱਕ IAS ਅਫਸਰ ਨੇ ਇੱਕ ਨੌਜਵਾਨ ਨੂੰ ਥੱਪੜ ਮਾਰਿਆ ਸ਼ਰੇਆਮ। ਖਬਰ ਵਿਖਾਈ ਸੀ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਮਹਿਲਾਵਾਂ ਪੁਲਿਸ ਕਰਮੀਆਂ ਨੇ ਕੁਝ ਮਹਿਲਾਵਾਂ ਦੇ ਨਾਲ ਬਦਸਲੂਕੀ ਕੀਤੀ। ਲੇਕਿਨ ਅੱਜ ਜੋ ਤੁਹਾਨੂੰ ਅਸੀਂ ਖਬਰ ਵਿਖਾਉਣ ਜਾ ਰਹੇ ਹਾਂ ਉਹ ਕੁਝ ਨੌਜਵਾਨਾਂ ਦੀ ਹੈ। ਕੁਝ ਨੌਜਵਾਨਾਂ ਨੇ ਪੁਲਿਸ ਵਾਲੇ ਝੰਪ ਦਿੱਤੇ, ਯਾਨੀ ਕਿ ਕੁੱਟ ਦਿੱਤੇ। ਖਬਰ ਦਰਅਸਲ ਪੰਚਕੂਲਾ ਤੋਂ ਨਿਕਲ ਕੇ ਸਾਹਮਣੇ ਆਈ ਹੈ, ਜਿੱਥੇ ਇਲਜ਼ਾਮ ਲੱਗੇ ਨੇ ਕਿ ਕੁਝ ਸ਼ਰਾਰਤੀ ਨੌਜਵਾਨਾਂ ਨੇ ਦਾਰੂ ਪੀਤੀ ਹੋਈ ਸੀ ਤੇ ਉਸ ਨਸ਼ੇ ਦੇ ਵਿੱਚ ਪੁਲਿਸ ਵਾਲਿਆਂ ਨੂੰ ਹੀ ਕੁੱਟ ਦਿੱਤਾ। ਦਿਖਾਉਣ ਜਾ ਰਹੇ ਹਾਂ ਇਸ ਰਿਪੋਰਟ ਨੂੰ ਕਿ ਇਹ ਰਿਪੋਰਟ ਕਈ ਤਰ੍ਹਾਂ ਦੇ ਨਾਲ ਸਵਾਲ ਖੜੇ ਕਰਦੀ ਹੈ। ਦੇਖੋ, ਆਮ ਲੋਕਾਂ ਤੇ IAS ਅਧਿਕਾਰੀ ਹੀ ਨਹੀਂ ਹੱਥ ਚੁੱਕਦੇ, ਆਮ ਮਹਿਲਾਵਾਂ ਤੇ ਮਹਿਲਾ ਪੁਲਿਸ ਮੁਲਾਜ਼ਮ ਹੀ ਨਹੀਂ ਹੱਥ ਚੁੱਕਦੀਆਂ। ਜਨਾਬ, ਆਮ ਲੋਕ ਵੀ ਪੁਲਿਸ ਮੁਲਾਜ਼ਮਾਂ ਤੇ ਹੱਥ ਚੁੱਕਦੇ ਨੇ। ਦਰਅਸਲ ਅੱਜ ਦੌਰ ਅਜਿਹਾ ਆ ਗਿਆ ਕਿ ਇਹ ਸਮਝੀਏ ਕਿ ਇਸ ਦੌਰ ਚੋਂ ਵਿੱਚੋਂ ਲੰਘਣਾ ਆਮ ਇਨਸਾਨ ਦੀ ਮਜਬੂਰੀ ਬਣ ਚੁੱਕੀ ਹੈ, ਜਾਂ ਇਹ ਸਮਝੀਏ ਕਿ ਇਸ ਦੌਰ ਦੇ ਵਿੱਚੋਂ ਜੋ ਹਾਲਾਤ ਬਣ ਰਹੇ ਨੇ ਉਹ ਜਿਹੀਆਂ ਤਸਵੀਰਾਂ ਨੂੰ ਜਨਮ ਦੇ ਰਹੇ ਨੇ। IAS ਅਧਿਕਾਰੀ ਦਾ ਕਾਰਾ ਗਲਤ, ਮਹਿਲਾ ਪੁਲਿਸ ਮੁਲਾਜ਼ਮਾਂ ਦਾ ਕਾਰਾ ਬਿਲਕੁਲ ਗਲਤ, ਤੇ ਜੋ ਤਸਵੀਰਾਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕੁਝ ਨੌਜਵਾਨਾਂ ਦੀਆਂ, ਉਹਨਾਂ ਦਾ ਕਾਰਾ ਵੀ ਜਮਾ ਹੀ ਗਲਤ ਹੈ। ਪੂਰਾ ਮਾਮਲਾ ਉਹ ਵੀ ਦੱਸਦੇ ਹਾਂ, ਪਰ ਪਹਿਲਾਂ ਇਹ ਤਸਵੀਰਾਂ ਦੇਖਣੀਆਂ ਬੇहद ਜ਼ਰੂਰੀ ਨੇ। ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਧੁੱਤ 3 ਨੌਜਵਾਨਾਂ ਦੇ ਵੱਲੋਂ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ ਗਿਆ। PCR ਗੱਡੀ ਦੀ ਭੰਨਤੋੜ ਵੀ ਕੀਤੀ ਗਈ। ਤਸਵੀਰਾਂ 'ਚ ਸਾਫ਼ ਨਜ਼ਰ ਵੀ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ 3 ਨੌਜਵਾਨ ਪੁਲਿਸ ਮੁਲਾਜ਼ਮਾਂ ਦੇ ਨਾਲ ਉਲਝ ਰਹੇ ਨੇ, ਉਹਨਾਂ ਦੇ ਨਾਲ ਬਦਤਮੀਜ਼ੀ ਕਰ ਰਹੇ ਨੇ। ਪੁਲਿਸ ਮੁਲਾਜ਼ਮਾਂ ਦਾ ਡੰਡਾ ਵੀ ਖੋਲਿਆ ਜਾਂਦਾ ਹੈ ਤੇ ਜੋ ਇਸ ਵੀਡੀਓ 'ਚ ਨੌਜਵਾਨ ਦੇ ਹੱਥ ਵਿੱਚ ਸਾਫ਼ ਨਜ਼ਰ ਵੀ ਆ ਰਿਹਾ। डंडा ना ला दिया हथ, डंडा ना मार दिए। हाँ देख तो मारगा। इसका पता ला ले बस। माँ की गाड़ी का हेलो हुप्पा जी इना फोन। दरअसल ये तस्वीरां पंचकूला ਦੀਆਂ ਨੇ।
ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਪੰਚਕੂਲਾ ਸੈਕਟਰ 3 'ਚ ਕੁਝ ਨੌਜਵਾਨ ਗੱਡੀ 'ਚ ਬੈਠ ਕੇ ਸ਼ਰਾਬ ਪੀ ਰਹੇ ਨੇ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਹਨਾਂ ਨੌਜਵਾਨਾਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਗਿਆ ਤਾਂ ਨਸ਼ੇ 'ਚ ਧੁੱਤ ਇਹਨਾਂ ਨੌਜਵਾਨਾਂ ਦੇ ਵੱਲੋਂ ਜੋ ਹੰਗਾਮਾ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਹੈ। ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ, ਉਹਨਾਂ ਦਾ ਬਿਆਨ भी निकल के सामने। 3 लड़के वहाँ गाड़ी में ड्रिंक कर रहे थे जी। हमने उसको टोका टाकी करी कि यहाँ कैसे खड़े हो आप जी। उन्हें बदतमीजी से बोला गया है। ठीक है जी। फिर उस गाड़ी से नीचे उतर के मेरे गले पे हाथ डाला और तबाही करके नशे में डंडा मारा। ਇਸ ਮਸਲੇ ਬਾਰੇ ਫੌਰਨ ਸੈਕਟਰ 21 ਪੁਲਿਸ ਚੌਕੀ ਨੂੰ ਜਾਣਕਾਰੀ ਦਿੱਤੀ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਕੇ ਉਹਨਾਂ ਨੇ दबंगा ਨੂੰ फौरन गिरफ्तार कर लिया। करीब 7 बजे के करीब मुझे पीसीआर जो अपना लॉकडाउन की ड्यूटी के संबंध में सेक्टर 3 स्टेडियम के बैक साइड राउंड पे गई हुई थी, तो मुझे फ़ोन आया पीसीआर इंचार्ज का कि हमारे साथ 3 लड़के शराब के नशे में मारपिटाई कर रहे हैं। तो मैंने तुरंत अपने साथी मुलाजमान के साथ मौके पर पहुँचकर उपरोक्त तीनों को काबू किया, जिन्होंने शराब के नशे में मेरे अपना पीसीआर चालक फौजा सिंह के सिर में डंडा मारा, जिससे वो घायल हो गया, और पीसीआर इंचार्ज को भी खिड़की में पीसीआर के लात मार के उसको भी इंजर्ड किया। तो इन तीनों लड़कों को अरेस्ट करके गिरफ्तार कर लिया है, मेडिकल करवा के, जिसमें मेडिकल में इनकी शराब पीने की पुष्टि हुई है और संबंधित धाराओं के तहत FIR दर्ज की गई है। ਇਹਨਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਹਰ ਕਿਸੇ ਦੇ ਜ਼ਿਹਨ 'ਚ ਇੱਕੋ ਸਵਾਲ ਹੈ ਕਿ ਆਮ ਲੋਕਾਂ ਦੀ ਸੁਰੱਖਿਆ ਕਰਨ ਦਾ ਦਾਅਵਾ ਕਰਨ ਵਾਲੇ ਪੁਲਿਸ ਜੇ ਆਪ ਸੁਰੱਖਿਅਤ ਨਹੀਂ, ਜੇਕਰ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਦਿਨ ਦਿਹਾੜੇ ਕੁੱਟਮਾਰ ਕੀਤੀ ਜਾ ਸਕਦੀ ਹੈ ਤਾਂ ਆਮ ਲੋਕ ਕਿੰਨੇ ਕੁ ਸੁਰੱਖਿਅਤ ਨੇ। ਪੰਚਕੂਲਾ ਤੋਂ ਉਮੰਗ ਸ਼ਰਨ, PTC।